ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਾਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਸਥਾਨ ਠਾਠ ਸ਼ੇਰਪੁਰ ਕਲਾਂ ਦੇ ਸਰਪ੍ਰਸਤ ਬਾਬਾ ਚਰਨ ਸਿੰਘ ਜੀ ਤੋਂ ਕੁਝ ਸਵਾਲਾਤ ਕਰਨੇ ਆ। ਸੋ ਉਹਨਾਂ ਚੋਂ ਪਹਿਲਾ ਸਵਾਲ, ਕੀ ਸਾਨੂੰ ਮੂਰਤ ਦਾ ਧਿਆਨ ਧਰਨਾ ਚਾਹੀਦਾ ਹੈ ਜਾਂ ਨਹੀਂ? ਦੇਖੋ, ਮੂਰਤ ਦਾ ਧਿਆਨ ਜੇ ਤਾਂ ਤੁਸੀਂ ਲੱਗਦੇ ਆ ਬਾਣੀ ਮਗਰ। ਬਾਣੀ ਕਹਿ ਰਹੀ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੂ, ਗੁਰ ਪਾਰ ਬ੍ਰਹਮ ਸਦਾ ਨਮਸਕਾਰ। ਗੁਰੂ ਸਾਹਿਬ ਤਾਂ ਇਹ ਕਹਿ ਰਹੇ ਆ, ਪਰ ਤੁਸੀਂ ਲੋਕ ਜਿਹੜੇ ਹੈਗੇ ਆ ਇਹ ਬਾਣੀ ਨੂੰ ਮੰਨਦੇ ਨਹੀਂ ਹੈ। ਮੈਂ ਇੱਕ ਛੋਟੀ ਜਿਹੀ ਕਵਿਤਾ ਬੋਲਦਾ। ਬਾਬੇ ਨੰਦ ਸਿੰਘ ਇਹ ਫਰਮਾਇਆ, ਬਾਬਾ ਜੀ ਦਾ ਮੁੱਖ ਉਪਦੇਸ਼ ਜਿਹੜਾ ਸੀਗਾ, ਬਾਬੇ ਨੰਦ ਸਿੰਘ ਇਹ ਫਰਮਾਇਆ, ਗੁਰੂ ਗ੍ਰੰਥ ਦੀ ਪੂਜਾ ਕਰਨੀ, ਗੁਰੂ ਨਾਨਕ ਦਾ ਧਿਆਨ ਬਤਾਇਆ। ਗੁਰੂ ਨਾਨਕ ਦੀ ਮੂਰਤ ਦਾ ਧਿਆਨ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ, ਇਹ ਗੁਰੂ ਨਾਨਕ ਨੇ ਬਤਾਇਆ। ਬਾਕੀ ਬਾਬਾ ਜੀ ਫਰਮਾਨ ਕਰਦੇ ਹੁੰਦੇ ਸੀ, ਹਿੰਦੂ ਮੁਸਲਿਮ ਸਿੱਖ ਈਸਾਈ ਹੋਵੋ ਧਰਮ ਦੇ ਪੱਕੇ ਭਾਈ। ਆਪੋ ਆਪਣੇ ਧਰਮ ਦੇ ਵਿੱਚ ਪੱਕੇ ਹੋਵੋ। ਧਰਮ ਛੱਡ ਕੇ ਦੂਸਰਾ ਧਰਮ ਅਪਣਾਉਣ ਨਾਲ ਕੋਈ ਮੁਕਤੀ ਨਹੀਂ ਹੁੰਦੀ। ਮੁਕਤੀ ਤਾਂ ਮੰਨਣ ਨਾਲ ਹੁੰਦੀ ਹੈ। ਬਾਬਾ ਜੀ ਦਾ ਜਿਹੜਾ ਉਪਦੇਸ਼ ਸੀਗਾ, ਉਹ ਕਵਿਤਾ ਮੈਂ ਲਿਖੀ ਕਰਕੇ ਵਿੱਚ ਥੋੜਾ ਜਿਹਾ ਥੋੜੀ ਛੱਡ ਗਿਆ ਮੈਂ ਕਵਿਤਾ, ਸਮਾਂ ਥੋੜਾ। ਸੱਚ ਨੂੰ ਸੱਚਾ, ਝੂਠ ਨੂੰ ਝੂਠਾ, ਚਰਨ ਦਾਸ ਨੇ ਆਖ ਸੁਣਾਇਆ। ਸੱਚੀ ਨੂੰ ਸੱਚੀ ਗੱਲ ਕਹਿਤੀ ਹੈ, ਝੂਠੀ ਨੂੰ ਝੂਠੀ ਕਹਿਤੀ ਹੈ। ਬਾਬਾ ਜੀ ਦੀ ਕਿਰਪਾ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਨਾਨਕ ਦੀ ਮੂਰਤ ਦਾ ਧਿਆਨ ਧਰਨਾ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਇਹ ਜਪਣਾ। ਗੁਰ ਕੇ ਚਰਨ ਹਿਰਦੇ ਲੈ ਧਾਰੂ, ਗੁਰ ਪਾਰ ਬ੍ਰਹਮ ਸਦਾ ਨਮਸਕਾਰ। ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਨਾ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਫਿਰ ਸਿਮਰਨ ਕਰਨਾ। ਬਾਣੀ ਇਹ ਕਹਿੰਦੀ ਹੈ। ਹੁਣ ਮੈਂ ਦੱਸ ਰਿਹਾ ਤੁਹਾਨੂੰ ਵੀ ਜਿਨ੍ਹਾਂ ਨੇ ਇਹ ਚਰਨਾਂ ਦਾ ਧਿਆਨ ਧਰਿਆ, ਸਭ ਤੋਂ ਪਹਿਲਾਂ ਮਾਤਾ ਰਾਧਾ, ਭਗਵਾਨ ਕ੍ਰਿਸ਼ਨ ਦੀ ਭਗਤਣੀ। ਉਹ ਆਪਣੇ ਹਿਰਦੇ ਵਿੱਚ ਭਗਵਾਨ ਦੇ ਚਰਨ ਵਸਾ ਕੇ ਰੱਖਦੀ ਸੀ। ਇੱਕ ਦਿਨ ਮਾਤਾ ਰੁਕਮਣੀ ਨੇ ਉਹਨੂੰ ਸਵਾਲ ਕੀਤਾ ਵੀ ਰਾਧਾ, ਤੇਰਾ ਕਿੰਨਾ ਕੁ ਪਿਆਰ ਹੈ ਭਗਵਾਨ ਦੇ ਨਾਲ? ਕਹਿਣ ਲੱਗੀ, ਬਹੁਤ। ਜੇ ਬਹੁਤ ਪਿਆਰ ਹੈ ਤਾਂ ਗਰਮ ਗਰਮ ਦੁੱਧ ਉਬਲਦਾ ਤੂੰ ਮੈਨੂੰ ਪੀ ਕੇ ਦਿਖਾ। ਰਾਧਾ ਜੀ ਨੇ ਉਹ ਦੁੱਧ ਪੀ ਲਿਆ ਗਰਮ ਗਰਮ। ਸ਼ਾਮਾਂ ਨੂੰ ਜਦੋਂ ਭਗਵਾਨ ਜੀ ਬਾਹਰੋਂ ਘਰੇ ਆਏ, ਉਹਨਾਂ ਦੇ ਪੈਰਾਂ ਤੇ ਛਾਲੇ ਪਏ ਹੋਏ। ਛਾਲੇ ਪਏ ਹੋਏ ਤਾਂ ਫਿਰ ਉਹ ਕਹਿਣ ਲੱਗੇ ਵੀ, ਰੁਕਮਣੀ ਨੇ ਪੁੱਛਿਆ ਵੀ ਮਹਾਰਾਜ ਤੁਹਾਡੇ ਪੈਰਾਂ ਦੇ ਛਾਲੇ ਗਰਮ ਪਾਣੀ ਪੈ ਗਿਆ? ਉਹ ਕਹਿਣ ਲੱਗੇ, ਰੁਕਮਣੀ ਤੂੰ ਆਪ ਹੀ ਤਾਂ ਸਾਰਾ ਕੁਛ ਪੀਤਾ, ਤੂੰ ਉਬਲਦਾ ਉਬਲਦਾ ਦੁੱਧ ਰਾਧਾ ਨੂੰ ਪਿਲਾਤਾ। ਰਾਧਾ ਦੇ ਹਿਰਦੇ ਵਿੱਚ ਮੇਰੇ ਚਰਨ ਹੈ,
जे भगती ये करनी है ना उदा करो। गुरु नानक के चरण हिरदे च बसाओ, गुर के चरण हिरदे बसाए, मन इच्छे सही पढ़ पाए। गुरु के चरणों का ध्यान धरना। माता रुकमणी फिर शर्मिंदी हुई, कहने लगी मैंने पता नहीं सीगा, मैं गलती कर बैठी। 22 धार राजा ने युद्ध होया, युद्ध हार गए। हारन तो बाद मन दे विच गुस्सा, हालांकि सतगुरां ने सारा राज भाग उन्होंने वापस करता, कहने नहीं मेरा यह धर्म नहीं है। उस तो बाद फिर सारे राजे इकट्ठे होए, उन्होंने एक मता पकाया। इन्हों का बड़ा राजा सी भीम चंद, मता पकाया कोई बंदा भेजिए जिहड़ा उत्थों की खबरसार लैके आवे आनंदपुर तो। मुकर्रर किया देवी चंद वजीर, देवी चंद तू जा, आनंदपुर वासी की सारी खबर लेके आ, भेस बदल। दशमेश पिता का दरबार सजया होया, अपने सिंहासन से विराजमान बैठे सतगुरु, बारी बारी संगत मत्था टेक रही सी। दुनी चंद भी उस लाइन दे विच, जिवें जिवें नेड़े गया उन्होंने कदे विष्णु जी के रूप में, कदे भगवान राम के रूप में, कदे भगवान कृष्ण के रूप में गुरु साहिबां दे दर्शन होण। हौली हौली जो नेड़े गया, गुरु साहिबां ने इशारा करके अपने कोले बिठा लिया। दिल उदू कंब गया भी जे किते पता लग गया मैं गुरु साहिबां दा भेत लैण वास्ते आया, तो मैनूं तो मरवा देणगे, मेरे बच्चे रोणगे। सेवादार नूं इशारा किया भी इहनूं एक कमरा दे दिओ, प्रशादा पानी छकाओ, ते कल नूं इहनूं मिलांगे। दरबार दा भोग पै गया। सतगुरु अपने महलों दे विच चले गए। अगले दिन सेवादार भेज के उन्होंने बुला लिया, आ बई तेन तोसा खाना विखाइए, घोड़िया का तबेला दिखाइए, अपने को इन्ना क पैसा। सतगुरु नाले हसी गए, नाले सारा कुछ विखाता। ਉਹਦਾ दिल डरे भी जेकर गुरु साहिबां नूं पता लग गया कि मैं भेत लैण वास्ते आया तो मैनूं मरवा देणगे। रब भी किसी नूं मारदा देखिया? रब नहीं मारदा। सतगुर सबना नूं भला लोचदा। इत्थे तां कई डरांदे आए हो जू जी, पर लो आजू, फलाना हो जूगा। नहीं, कुछ नहीं होंदा। रब ने इन्नी सोहनी दुनिया बनाई है, उजाड़न वास्ते नहीं बनाई, बसाउण वास्ते बनाई है। हर एक जीव नाल प्यार है। परमेश्वर ते भुलिया व्यापन सभे रोग। गलती सत्तों हो जाती है कई बार, असीं रब नूं विसार दिंदे हां, मैं च वड़ जांदे हां। जदों हौमै आई रब दूर हो गए। हौमै नावै नाल विरोध है, दोए न बसे इकठाए। हौमै विच सेवा ना होवई, तां मन बिरथा जाए। सतगुरु हस के कहण लगे, दुनी चंद तू भेत लैण आया सी,
ਤੈਨੂੰ ਅਸੀਂ ਆਪ ਹੀ ਸਾਰਾ ਭੇਤ ਦੇਤਾ। ਚਰਨੀ ਡਿੱਗ ਪਿਆ ਕਿ ਗਰੀਬ ਨਵਾਜ ਆਪ ਨੂੰ ਪਤਾ ਸੀ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਹਾਂ ਪਤਾ ਸੀ। ਘਟ ਘਟ ਕੇ ਅੰਤਰ ਕੀ ਜਾਣਤ, ਸਾਰੀ ਦੁਨੀਆ ਦਾ ਪਤਾ ਸੀ ਉਹਨੂੰ, ਸਾਰੀ ਦੁਨੀਆ ਦਾ ਪਤਾ ਸੀ। ਅੱਛਾ, ਗਰੀਬ ਨਵਾਜ ਹੁਣ ਮੈਂ ਜਾਣਾ ਨਹੀਂ ਵਾਪਸ। ਵਾਪਸ ਜਾਣ ਤੋਂ ਇਨਕਾਰੀ ਹੋ ਗਿਆ। ਸਤਿਗੁਰੂ ਕਹਿੰਦੇ ਧਰਮ ਦੀ ਪਾਲਣਾ ਕਰ। ਧਰਮ ਕੀ ਹੈ? ਜਿਹੜੀ ਡਿਊਟੀ ਤੁਸੀਂ ਕਰਦੇ ਉਹ ਧਰਮ ਹੈ। ਆ ਵਿਖਾਵਾ ਧਰਮ ਨਹੀਂ ਹੈ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਇਹੀ ਉਪਦੇਸ਼ ਦਿੱਤਾ ਅਰਜਨ ਤੂੰ ਛਤਰੀ ਹੈ, ਤੇਰੀ ਡਿਊਟੀ ਹੈ ਯੁੱਧ ਕਰਨਾ। ਤੂੰ ਸ਼ਾਸਤਰ ਚੱਕ, ਯੁੱਧ ਕਰ। ਉਹ ਕਹਿਣ ਲੱਗਾ ਜੀ ਮੈਂ ਯੁੱਧ ਨਹੀਂ ਕਰ ਸਕਦਾ, ਤੂੰ ਆਪਣੇ ਧਰਮ ਤੋਂ ਹੀਣਾ। ਛਤਰੀ ਦਾ ਧਰਮ ਇਹ ਹੈ, ਜੇ ਹੁਣ ਆਪਣੇ ਮਿਲਟਰੀ ਵਾਲੇ ਇਹ ਛਤਰੀ ਹੈ ਕਿ ਬਾਰਡਰ ਤੇ ਜਾ ਕੇ ਆਪਣੇ ਹਥਿਆਰ ਲੁਕੋ ਕੇ ਬਹਿ ਜਾਣ, ਫਿਰ ਧਰਮ ਤੋਂ ਹੀਣੇ ਹੈ। ਤੇ ਜੇਕਰ ਹਿੱਕ ਡਾਹ ਕੇ ਉੱਥੇ ਮੋਰਚਿਆਂ ਤੇ ਲੜਦੇ ਆ, ਫਿਰ ਛਤਰੀ ਹੈ। ਸਤਿਗੁਰੂ ਕਹਿਣ ਲੱਗੇ ਤੈਨੂੰ ਉਹਨਾਂ ਨੇ ਭੇਜਿਆ ਸੀਗਾ ਮੇਰਾ ਭੇਤ ਲੈਣ ਵਾਸਤੇ, ਤੂੰ ਹੁਣ ਭੇਤ ਪਾ ਲਿਆ, ਤੂੰ ਜਾ। ਸਤਿਗੁਰਾਂ ਦੇ ਹੁਕਮ ਅਨੁਸਾਰ ਚਰਨਾਂ ਤੇ ਸਿਰ ਰੱਖਿਆ। ਇੱਥੇ ਤਾਂ ਕਦੇ ਜਾਨੀ ਹੱਥ ਹੀ ਨਹੀਂ ਲਾਉਣਾ ਚਾਹੀਦਾ। ਬਾਣੀ ਕਹਿੰਦੀ ਜੋ ਦੀਸੈ ਗੁਰ ਸਿੱਖੜਾ, ਜਿਸ ਨਿਵ ਨਿਵ ਲਾਗੋ ਪਾਈ ਜੀਓ। ਕੋਈ ਸਾਧੂ ਮਿਲਦਾ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਸਾਧੂ ਵਾਸਤੇ ਇਹ ਮਰਜ਼ਾਦਾ, ਜੇ ਗੁਰਸਿੱਖ ਨੂੰ ਗੁਰਸਿੱਖ ਮਿਲਦਾ ਉਹਦੇ ਪੈਰੀਂ ਹੱਥ ਲਾਓ। ਬਾਣੀ ਕਹਿੰਦੀ, ਮੈਂ ਨਹੀਂ ਕਹਿੰਦਾ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤਾਂ, ਜੇ ਤੁਸੀਂ ਮੰਨਦੇ ਹੀ ਨਹੀਂ, ਉਹ ਪਾਠੀਆਂ ਨੂੰ ਪਹਿਲਾਂ ਸ਼ੁਰੂ ਕਰ ਲੈਣਾ, ਸ਼ੁਰੂ ਕਰਕੇ ਫਿਰ ਅਖੀਰ ਤੱਕ ਲਗਾਤਾਰ ਕਿਸੇ ਨੇ ਪੱਤਰੇ ਥੋੜੇ ਕਰਤੇ, ਕਿਸੇ ਨੇ ਬਹੁਤੇ ਕਰਤੇ। ਸਭ ਪ੍ਰਵਾਨ ਲੱਗੀ। ਦੁਨੀ ਚੰਦ ਵਜ਼ੀਰ ਫਿਰ ਉੱਥੋਂ ਤੁਰਿਆ ਤੇ ਆ ਗਿਆ ਅੱਗੋਂ 22 ਧਾਰ ਰਾਜੇ ਉਡੀਕ ਕਰ ਰਹੇ ਸੀ। ਇਕੱਠੇ ਹੋ ਗਏ। ਰਾਜਾ ਭੀਮ ਚੰਦ ਕਹਿਣ ਲੱਗਾ ਕੀ ਸੂਹ ਲੈ ਕੇ ਆਇਆ, ਕੀ ਭੇਦ ਲੈ ਕੇ ਆਇਆ। ਦੁਨੀ ਚੰਦ ਵਜ਼ੀਰ ਕਹਿਣ ਲੱਗਾ ਵੀ ਮੇਰੀ ਜੇ ਤੁਸੀਂ ਗੱਲ ਸੁਣੋ ਨਾ, ਹਾਂ ਤੇ ਮੈਂ ਉਹਨੂੰ ਵਿਸ਼ਨੂੰ ਜੀ ਦੇ ਰੂਪ ਵਿੱਚ ਵੇਖਿਆ, ਭਗਵਾਨ ਰਾਮ ਦੇ ਰੂਪ ਵਿੱਚ ਵੇਖਿਆ, ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਵੇਖਿਆ। ਜੇ ਤੁਸੀਂ ਮੇਰੀ ਗੱਲ ਮੰਨਦੇ ਤੇ ਉਹਦੇ ਨਾਲ ਪੰਗਾ ਨਾ ਲਓ। ਉਹ ਤਾਂ ਕੋਈ ਚੋਜ ਕਰਨ ਵਾਸਤੇ ਇੱਥੇ ਆਇਆ ਹੋਇਆ, ਸੰਸਾਰ ਦੇ ਵਿੱਚ ਰੱਬ ਆਪ ਆਇਆ ਹੋਇਆ। ਭੀਮ ਚੰਦ ਥੋੜਾ ਜਿਹਾ ਸੀਗਾ ਹੰਕਾਰੀ। ਉਹ ਕਹਿਣ ਲੱਗਾ ਜਿਹੜੀਆਂ ਅੱਖਾਂ ਨਾਲ ਜਲਾਦਾਂ ਨੂੰ ਹੁਕਮ ਦਿੱਤਾ ਵੀ ਜਿਹੜੀਆਂ ਅੱਖਾਂ ਨਾਲ ਮੇਰੇ ਦੁਸ਼ਮਣ ਨੂੰ ਵੇਖ ਕੇ ਆਇਆ, ਇਹਦੀਆਂ ਅੱਖਾਂ ਦੇ ਵਿੱਚ ਸਰਗੇ ਤੱਤੇ ਕਰਕੇ ਫੇਰ ਦਿਓ। ਦੁਨੀ ਚੰਦ ਵਜ਼ੀਰ ਨੂੰ ਫੜ ਲਿਆ ਜਲਾਦਾਂ ਨੇ, ਬਾਹਰ ਇੱਕ ਦਰਖਤ ਨਾਲ ਬੰਨਣ ਲੱਗੇ। ਕਹਿਣ ਲੱਗਾ ਤੁਸੀਂ ਮੈਨੂੰ ਮਾਰ ਤਾਂ ਦੇਣਾ, ਪਰ ਮੇਰੀ ਇੱਕ। ਉਹ ਕਹਿਣ ਲੱਗੇ ਜੀ ਅਸੀਂ ਤੁਹਾਡੀ ਵਜ਼ੀਰੀ ਦੇ ਵਿੱਚ ਬੜਾ ਸੁੱਖ ਆਨੰਦ ਲਿਆ, ਤੇ ਦੱਸੋ। ਕਹਿਣ ਲੱਗੇ ਬੰਨਣ ਲੱਗੇ ਮੇਰਾ ਮੂੰਹ ਸ੍ਰੀ ਅਨੰਦਪੁਰ ਸਾਹਿਬ ਨੂੰ ਕਰ ਦਿਓ।
ਪਿੱਛੇ ਜੇ ਮੈਂ ਇੱਕ ਗੱਲ ਕਹੀ ਸੀ ਵੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤ ਛਕਣਾ ਚਾਹੀਦਾ, ਬੜੇ ਲੋਕਾਂ ਨੇ ਵੀ ਇਹ ਕਿਉਂ ਕਹਿਤਾ। ਇੱਕ ਹਿੰਦੂ ਮਤ ਦਾ ਦੁਨੀ ਚੰਦ ਵਜ਼ੀਰ, ਉਹਦੀ ਸ਼ਰਧਾ ਕੀ ਹੈ? ਜਲਾਦੋ ਤੁਸੀਂ ਏਦਾਂ ਕਰੋ, ਮੇਰਾ ਮੂੰਹ ਸ੍ਰੀ ਅਨੰਦਪੁਰ ਸਾਹਿਬ ਨੂੰ ਕਰ ਦਿਓ, ਅੱਖਾਂ ਤੇ ਬੰਨੀ ਹੋਈ ਪੱਟੀ। ਕਹਿਣ ਲੱਗਾ ਜਦੋਂ ਮੈਂ ਤੁਹਾਨੂੰ ਇਸ਼ਾਰਾ ਕੀਤਾ ਉਸ ਟਾਈਮ ਤੁਸੀਂ ਆਪਣਾ ਕਰਮ ਕਰਦੇ ਹੋ, ਉਹ ਆਪਣੇ ਸਰੀਅਤ ਉੱਤੇ ਕਰ ਲਾਂਗੇ। ਦਸ਼ਮੇਸ਼ ਪਿਤਾ ਨੂੰ ਬੇਨਤੀਆਂ ਕਰਨ ਲੱਗਾ, ਗਰੀਬ ਨਵਾਜ ਮੇਰੀ ਅੱਖੀਆਂ ਦੇ ਵਿੱਚ ਬਸ ਜੋ ਮੇਰੇ ਸਤਿਗੁਰੂ ਜੀ। ਦਸ਼ਮੇਸ਼ ਪਿਤਾ ਦੇ ਚਰਨ ਆਪਣੀਆਂ ਅੱਖਾਂ ਵਿੱਚ ਵਸਾ ਲਏ। ਜਦੋਂ ਅੱਖਾਂ ਦੇ ਵਿੱਚ ਵਸਾਏ, ਉਧਰ ਇਸ਼ਾਰਾ ਕਰਤਾ ਹੱਥ ਦੇ ਨਾਲ ਕਿ ਤੁਸੀਂ ਆਪਣਾ ਕਰਮ ਕਰੋ। ਉਹਨਾਂ ਨੇ ਸਲਾਈਆਂ ਤੱਤੀਆਂ ਕਰਕੇ ਉਹਦੀਆਂ ਅੱਖਾਂ 'ਚ ਫੇਰਤੀਆਂ ਤੇ ਰੱਸਾ ਖੋਲਤਾ ਵੀ ਆਪੇ ਇੱਥੇ ਬਿਲਕਦਾ ਮਰ ਜੂ। ਥੋੜੇ ਸਮੇਂ ਬਾਅਦ ਜਦੋਂ ਹੋਸ਼ ਆਈ, ਉਹ ਦੇਖਦਾ ਵੀ ਮੇਰੀਆਂ ਅੱਖਾਂ ਦੇ ਵਿੱਚ ਸਲਾਈਆਂ ਫੇਰ ਗਿਆ ਸੀ। ਇਹ ਸੁਪਨਾ ਸੀ ਜਾਂ ਕੀ ਗੱਲ? ਦਿਸਦਾ ਮੈਨੂੰ ਹੈਗਾ। ਮਨ ਹੀ ਮਨ ਸੋਚਦਾ ਵੀ ਜੇਕਰ ਮੈਂ ਵਾਪਸ ਗਿਆ ਤਾਂ ਭੀਮ ਚੰਦ ਕੋਈ ਹੋਰ ਕਹਿਰ ਕਮਾਊਗਾ, ਕਿਉਂ ਨਾ ਹੋਵੇ ਮੈਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਵਾਂ। ਉੱਥੋਂ ਬਾਹੀ ਦਾਹੀ ਜਿੰਨੀ ਛੇਤੀ ਹੋ ਸਕੇ ਮੈਂ ਕਲਗੀਆਂ ਵਾਲੇ ਦੇ ਚਰਨਾਂ ਤੇ ਜਾ ਕੇ ਆਪਣਾ ਸਿਰ ਰੱਖਾ। ਹੌਲੀ ਹੌਲੀ ਕਰਦਾ ਕਰਦਾ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ। ਅੱਗੇ ਸਤਿਗੁਰੂ ਕਨਾਤਾਂ ਲਵਾ ਕੇ ਅੰਦਰ ਸੇਵਾਦਾਰ ਨੂੰ ਪੁੱਛਿਆ ਵੀ ਅੰਦਰ ਕੀ ਗੱਲ? ਕਹਿੰਦੇ ਪਤਾ ਨਹੀਂ, ਗੁਰੂ ਸਾਹਿਬ ਅੰਦਰ ਨਹੀਂ ਕਿਸੇ ਨੂੰ ਜਾਣ ਦਿੰਦੇ। ਆ ਸੰਗਤ ਦੇਖਦਾ ਤੇਰੇ ਸਾਹਮਣੇ ਬਾਹਰ ਬੈਠੀ। ਉਹ ਕਹਿੰਦਾ ਮੈਂ ਦੁਨੀ ਚੰਦ ਵਜ਼ੀਰ ਆ। ਉਹ ਕਹਿੰਦਾ ਕੋਈ ਹੋਵੇਗਾ, ਮੈਨੂੰ ਸਾਡੇ ਮਾਲਕ ਦਾ ਆਰਡਰ ਆ ਵੀ ਅੰਦਰ ਨਹੀਂ ਕਿਸੇ ਨੂੰ ਆਉਣ ਦੇਣਾ। ਕਹਿੰਦਾ ਗੱਲ ਕੀ? ਕਹਿੰਦੇ ਕਿ ਸਤਿਗੁਰਾਂ ਦੇ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ, ਸਤਿਗੁਰਾਂ ਦੇ ਚਰਨਾਂ ਤੇ ਜ਼ਖਮ ਹੈ। ਮਨ ਦੇ ਵਿੱਚ ਸੋਚਦਾ ਮੈਂ ਪਤਾ ਤਾਂ ਲੈ ਲਵਾਂ। ਬੜਾ ਕਹਿਤਨੇ ਨੂੰ ਆਵਾਜ਼ ਅੰਦਰ ਸੁਣ ਗਈ। ਗੁਰੂ ਸਾਹਿਬਾਨ ਇਸ਼ਾਰਾ ਕੀਤਾ ਵੀ ਸੰਗਤ ਸਮੇਤ ਦੁਨੀ ਚੰਦ ਨੂੰ ਆਉਣ ਦਿਓ। ਦੁਨੀ ਚੰਦ ਦੇ ਮਨ ਦੇ ਵਿੱਚ ਬਰਬਰੇ ਸੀ, ਮੈਂ ਦੱਸਾਂ ਜੀ ਮੇਰੇ ਐਂ ਕਰਕੇ ਸਲਾਈਆਂ ਫੇਰੀਆਂ ਸੀ ਤੇ ਮੈਨੂੰ ਹੋਇਆ ਕੁਛ ਨਹੀਂ, ਮੈਂ ਹੁਣ ਆਪ ਜੀ ਦੇ ਚਰਨਾਂ ਵਿੱਚ ਹੀ ਰਹਿਣਾ। ਚਰਨਾਂ ਤੇ ਸਿਰ ਰੱਖ ਕੇ ਰੋਇਆ। ਰੋਣ ਨਾਲ ਫਿਰ ਕਹਿਣ ਲੱਗਾ ਜੀ ਇਹ ਕਿਸ ਤਰ੍ਹਾਂ ਕੌਤਕ ਵਰਤਿਆ? ਸਤਿਗੁਰੂ ਹੱਸ ਕੇ ਕਹਿਣ ਲੱਗੇ ਦੁਨੀ ਚੰਦ, ਉਹ ਦੁੱਖ ਦੇਣ ਵਾਲਾ ਵੀ ਤੂੰ ਤੇ ਪੁੱਛਣ ਵਾਲਾ ਵੀ ਤੂੰ। ਉਦੋਂ ਤਾਂ ਮੇਰੇ ਚਰਨ ਆਪਦੀਆਂ ਅੱਖਾਂ 'ਚ ਵਸਾਰੇ ਸੀ, ਉਹ ਤੱਤੇ ਸਰਗੇ ਤੇਰੀਆਂ ਅੱਖਾਂ ਵਿੱਚ ਨਹੀਂ ਫਿਰੇ, ਮੇਰੇ ਪੈਰਾਂ ਤੇ ਲੱਗੇ, ਮੇਰੇ ਚਰਨ ਅੱਗੇ ਹੋ ਗਏ। ਤਾਂ ਹੀ ਰੋਕਿਆ ਗਰੀਬ ਨਵਾਜ ਤੂੰ ਸਮਰੱਥ ਹੈ, ਜੇ ਤਾਂ ਚਰਨਾਂ ਨੂੰ ਭਗਤੀ ਕਰਨੀ ਹੈ ਤਾਂ ਉਦਾਂ ਦੀ ਕਰੋ, ਤੇ ਜੇਕਰ ਤੁਸੀਂ ਇਹਨੂੰ ਐਵੇਂ ਫਜ਼ੂਲ ਜੇ ਕਹਿੰਦੇ ਆ ਵੀ ਕੀ ਫਾਇਦਾ, ਗੁਰੂ ਨਾਨਕ ਦੀ ਮੂਰਤ ਨੂੰ, ਰੱਬ ਦੀ ਮੂਰਤ ਨੂੰ ਵੀ ਐਵੇਂ ਕਹਿਣਗੇ ਇਹ ਐਵੇਂ ਕੀ ਫਾਇਦਾ ਤਾਂ ਮੂਰਤ ਦਾ। ਨਹੀਂ, ਮੂਰਤ ਵਿੱਚ ਹੈ, ਅਗਰ ਤੁਸੀਂ ਮੂਰਤ ਦਾ ਧਿਆਨ ਧਰਦੇ ਰਹੇ। ਹਾਂਜੀ ਹਾਂਜੀ। ਅੱਗੇ ਜੀ ਮਾਸ ਦੇ ਬਾਰੇ ਅੱਜ ਕੱਲ੍ਹ ਕਾਫੀ ਲੋਕਾਂ ਦੇ ਵਿੱਚ ਵਹਿਮ ਆ, ਕੁਛ ਗਲਤ ਫਹਿਮੀਆਂ, ਮਾਸ ਖਾਣਾ ਜਾਂ ਨਹੀਂ, ਵੀ ਇਹ ਕੀ ਆਪਣੇ ਚ ਧਰਮ ਦੇ ਵਿੱਚ ਵਰਜਿਤ ਹੈ ਜਾਂ ਨਹੀਂ ਵਰਜਿਤ। ਦੇਖੋ, ਜੇ ਤਾਂ ਤੁਸੀਂ ਗੁਰੂ ਕੀ ਬਾਣੀ ਨੂੰ ਮੰਨਦੇ ਆ ਫਿਰ ਤਾਂ ਤੁਹਾਨੂੰ ਮੈਂ ਦੱਸ ਦੇਣਾ, ਨਹੀਂ ਤਾਂ ਮੈਂ ਬੋਲਣਾ ਨਹੀਂ ਗਿਆ। ਨਹੀਂ ਦੱਸਦੇ।
ਸਤਿਗੁਰੂ ਕਹਿੰਦੇ ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਏ। ਭੰਗ, ਮਾਸ, ਸ਼ਰਾਬ, ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਏ। ਤੀਰਥ ਵਰਤ ਨੇਮ ਕੀਏ ਸਭੇ ਰਸਾਤਲ ਜਾਏ। ਉਹਦਾ ਤੀਰਥ ਤੇ ਨਾਤਾ ਵੀ ਨਿਸਫਲ, ਨਿਤਨੇਮ ਕੀਤਾ ਵੀ ਨਿਸਫਲ, ਵਰਤ ਰੱਖੇ ਵੀ ਨਿਸਫਲ। ਜੇ ਤਾਂ ਗੁਰਬਾਣੀ ਨੂੰ ਮੰਨਦੇ ਆ ਤਾਂ ਤੁਸੀਂ ਛੱਡ ਜਾਓਗੇ, ਨਹੀਂ ਮੰਨਦੇ ਤਾਂ ਵੀ ਖਾਈ ਜਾਓ। ਹੁਣ ਮੈਂ ਘਰ ਘਰ ਜਾ ਕੇ ਤਾਂ ਛਡਾਉਣਾ ਨਹੀਂ। ਮੇਰੇ ਮਾਲਕ ਦਾ ਜੋ ਹੁਕਮ ਹੈ, ਮੈਨੂੰ ਬਾਬਾ ਜੀ ਨੇ ਜੋ ਸਮਤ ਬਖਸ਼ਿਸ਼ ਕੀਤੀ ਆ। ਇੱਕ ਬੰਦੇ ਨੇ ਆ ਕਮੈਂਟ ਪਾਇਆ, ਉਹ ਕਹਿਣ ਲੱਗੇ ਤੁਸੀਂ ਖਾਂਦੇ ਸ਼ੇਰਪੁਰੇ ਦਾ, ਪਹਿਨਦੇ ਸ਼ੇਰਪੁਰੇ ਦਾ, ਰਹਿੰਦੇ ਸ਼ੇਰਪੁਰੇ, ਉਸ ਤੋਂ ਤੁਸੀਂ ਹੋਰ ਕਿਸੇ ਦੀ ਕਰਦੇ ਕਿਉਂ ਕਰਦੇ ਆ? ਮੈਂ ਕਿਹਾ ਗੱਲ ਵੀ ਠੀਕ ਹੈ ਵੀ ਅੱਜ ਤੋਂ ਬਾਅਦ ਆਪਾਂ ਨਾਂ ਹੀ ਨਹੀਂ ਲੈਂਦੇ, ਅੱਜ ਤੋਂ ਬਾਅਦ ਆਪਾਂ ਨਾਂ ਹੀ ਨਹੀਂ ਲੈਂਦੇ। ਮਾਸ ਖਾਣਾ ਵਰਜਿਤ ਹੈ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਗੁਰਪੀਰ ਹਾ ਮਾਤਾ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਕਹਿੰਦੇ ਹੁੰਦੇ ਆ ਮਰੇ ਹੋਏ ਪਸ਼ੂ ਨੂੰ, ਮਾਰ ਕੇ ਹੀ ਖਾਂਦੇ ਆ, ਜਿਉਂ ਤਾਂ ਖਾਂਦੇ ਨਹੀਂ ਆਪਾਂ। ਸਤਿਗੁਰੂ ਕਹਿੰਦੇ ਪਰਾਇਆ ਹੱਕ ਖਾਣਾ ਇਦੋਂ ਵੀ ਵੱਡਾ ਪਾਪ ਹੈ। ਹੁਣ ਦੇਖੋ ਅਸੀਂ ਪਰਾਇਆ ਹੱਕ ਕੀ ਖਾਂਦੇ ਆ। ਜਰਾ ਜੀ ਨਹੀਂ ਸਾਨੂੰ ਕੋਈ ਚੀਜ਼ ਮਿਲ ਜੇ ਅਸੀਂ ਆਪਣਾ ਹੱਕ ਜਤਾਉਂਦੇ ਕਿ ਸਾਡਾ ਹੱਕ ਸਾਡਾ ਬਣਦਾ। ਮਾਸ ਖਾਣਾ ਵਰਜਿਤ ਹੈ। ਚੱਲ ਅੱਗੇ। ਹਾਂਜੀ, ਅਗਲਾ ਸਵਾਲ ਹੈ ਕਿ ਕੀ ਸਾਨੂੰ ਭੋਗ ਲਵਾਉਣਾ ਚਾਹੀਦਾ ਹੈ ਜਾਂ ਨਹੀਂ? ਦੇਖੋ, ਜਿਹੜਾ ਭੋਗ ਲਵਾਉਣ ਦੀ ਗੱਲ ਆ, ਗੱਲ ਫਿਰ ਉੱਥੇ ਆ ਗਈ। ਤੁਸੀਂ ਲੋਕ ਗੁਰਬਾਣੀ ਨੂੰ ਮੰਨਦੇ ਨਹੀਂ। ਆ ਘਟੀਆ ਕਿਸਮ ਦੇ ਸਾਧਾਂ ਦੀਆਂ ਗੱਲਾਂ ਤਾਂ ਤੁਸੀਂ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਦੀ ਕੋਈ ਗੱਲ ਨਹੀਂ ਮੰਨਦੇ। ਜਿਹੜਾ ਭੋਗ ਲਵਾਉਣਾ, ਸਤਿਗੁਰੂ ਬਾਣੀ ਵਿੱਚ ਸਮੱਤ ਦਿੰਦੇ ਆ, ਜੋ ਬਿਨ ਸਤਿਗੁਰ ਸੇਵੇ, ਸੁਣ ਲਓ, ਜੋ ਬਿਨ ਸਤਿਗੁਰ ਸੇਵੇ ਪੁੱਛੇ ਤੋਂ ਬਗੈਰ ਖਾਂਦੇ ਪਹਿਨਦੇ, ਖਾਂਦੇ ਆ ਜਾਂ ਪਹਿਨਦੇ ਆ, ਸੇ ਮੂਏ ਮਰ ਜੰਮੇ ਕੋੜੇ। ਉਹ ਕੋੜੀ ਪੁਰਸ਼ ਆ। ਛੋਟੀ ਜੀ ਸੂਖਮ ਜੀ ਬੇਨਤੀ ਕਰੋ, ਹੇ ਨਿਰੰਕਾਰ ਧੰਨ ਗੁਰੂ ਨਾਨਕ, ਸੱਚੇ ਪਾਤਸ਼ਾਹ ਭੋਗ ਲਾਓ, ਆਪਣਾ ਸ਼ਹੀਦ ਪ੍ਰਸ਼ਾਦ ਬਖਸ਼ਿਸ਼ ਕਰੋ। ਕੱਪੜਾ ਪਹਿਨਣ ਵੇਲੇ ਸਵੇਰੇ ਤਨ ਢੱਕਣ ਵਾਸਤੇ ਗਰੀਬ ਨਵਾਜ਼ ਆਪ ਜੀ ਨੇ ਇਹ ਵਸਤਰ ਦਿੱਤੇ ਆ। ਇਸੇ ਤਰ੍ਹਾਂ ਲੋਕ ਪਰਲੋਕ ਦੇ ਪਰਦੇ ਕੱਜੋ, ਰੁਮਾਲਾ ਆਪਾਂ ਤਾਂ ਹੀ ਚੜਾਉਨੇ ਆ। ਗੁਰੂ ਸਾਹਿਬਾਂ ਨੂੰ ਰੁਮਾਲਾ ਜਿਹੜਾ ਚੜਾਉਨੇ ਆ, ਇਸੇ ਵਜ੍ਹਾ ਕਰਕੇ ਹੀ ਆਪਾਂ ਕਰਦੇ ਆ। ਉਹ ਭਾਈ ਜੀ ਅਰਦਾਸ ਕਰਦੇ ਤਾਂ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੋ ਪਤ ਮੇਰੀ। ਤਾਂ ਕਿ ਸਾਡੇ ਲੋਕ ਪਰਲੋਕ ਦੇ ਪਰਦੇ ਕੱਜੇ ਜਾਣ। ਇੱਥੇ ਆਮ ਹੀ ਬੀਬੀਆਂ ਵਿਆਹ ਸ਼ਾਦੀ ਹੋਵੇ, ਰੁਮਾਲਾ ਬਣਾਉਣਾ ਹੋਵੇ, ਉਹ ਦੁਕਾਨਦਾਰ ਨੂੰ ਕਹਿਣਗੀਆਂ ਆ ਵੀ ਸੂਟ ਮੇਰਾ ਪਾੜ ਦੇ, ਆ ਵੀ ਸੂਟ ਮੇਰਾ ਪਾੜ ਦੇ, ਇੱਕ ਮੇਰੇ ਸੂਟ ਦੇ ਨਾਲ ਦਾ ਬਾਬੇ ਦਾ ਰੁਮਾਲਾ ਵੀ ਬਣਾ ਦੇ। ਉੱਥੇ ਬਾਬਾ ਜੀ ਵੀ ਨਹੀਂ ਕਹਿੰਦੇ, ਉੱਥੇ ਬਾਬੇ ਦਾ ਰੁਮਾਲਾ ਬਣਾ ਦੇ। ਆ ਦਸਵੀਆਂ ਤੇ ਦੇਖੀਦਾ, ਆਪਦੇ ਵੱਡ ਵਡੇਰਿਆਂ ਨੂੰ ਅਸੀਂ ਕੀ ਕਰਦੇ, ਟੁੱਟੀ ਜੀ ਖੇਸੀ ਦੇ ਦਿੰਦੇ। ਇਹ ਸਾਡੇ ਵੱਡ ਵਡੇਰਿਆਂ ਦੇ ਨਾਂ ਦਾ ਕੱਪੜਾ। ਵਿਆਹ ਸ਼ਾਦੀ ਦੇ ਵਿੱਚ ਵੀ ਵੱਡ ਵਡੇਰਿਆਂ ਦੇ ਨਾਂ ਦਾ ਘਟੀਆ ਕਿਸਮ ਦਾ ਕੱਪੜਾ ਲੈਣਗੇ, ਮੁੜ ਕੇ ਕਹਿਣ ਜੀ ਸਾਡੇ ਆਹ ਹੋ ਗਿਆ, ਸਾਡੇ ਆਹ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਚੰਦੋਆ ਬਣ ਕੇ ਆ ਗਿਆ। ਚੰਦੋਆ ਇੰਨਾ ਸੋਹਣਾ, ਰਾਜਾ ਵੇਖ ਕੇ ਬੜਾ ਖੁਸ਼ ਹੋਇਆ।
ਮਨ ਹੀ ਮਨ ਦੇ ਵਿੱਚ ਸੋਚਣ ਲੱਗਾ ਵੀ ਜੇ ਕਿਤੇ ਚੰਦੋਆ ਕਹਿੰਦੇ ਆ ਆਪਰੇਸ਼ਨ ਬਲੂ ਸਟਾਰ ਦੇ ਟਾਈਮ ਇਹ ਉਹ ਚੰਦੋਆ ਸੜ ਗਿਆ। ਯਾਦਗਿਰੀ ਚੰਦੋਆ ਸੀ। ਉਹ ਚੰਦੋਆ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਆ ਗਿਆ ਕਿ ਮੇਰੇ ਸਤਿਗੁਰਾਂ ਦੇ ਇਹ ਚੰਦੋਆ ਸੋਹਣਾ ਲੱਗਾ। ਸਿੱਖ ਹੋਵੇ ਤਾਂ ਇਦਾਂ ਦਾ ਹੋਵੇ ਜਿਹੜਾ ਸਾਧ ਹੋਵੇ। ਸਾਧੂ ਭੁੱਖਾ ਭਾਵਕਾ ਧਨ ਕਾ ਭੁੱਖਾ ਨਾਹੀਂ, ਧਨ ਕਾ ਭੁੱਖਾ ਜੋ ਫਿਰੇ ਸੋ ਤੋਂ ਸਾਧੂ ਨਾਹੀਂ। ਜੇ ਧਨ ਦੀ ਆਸ ਲੈ ਕੇ ਗ੍ਰਸਤੀਆਂ ਦੇ ਘਰਾਂ 'ਚ ਜਾਂਦਾ ਉਹ ਸਾਧੂ ਨਹੀਂ ਹੈ। ਜਦ ਧਨ ਦੀ ਆਸ ਲੈ ਕੇ ਇੱਧਰ ਉੱਧਰ ਘੁੰਮਦਾ ਫਿਰਦਾ ਉਹ ਸਾਧੂ नहीं है। शिष्य को ऐसा चाहिए गुर को सर्वस दे, गुर को ऐसा चाहिए शिष्य का कछु न ले। दोए त्यागी होण। वो कहे मैं आपा वार देना ते अगों महात्मा कहण असीं लैना ही कुछ नहीं। बाबे नंद सिंह वर्गे त्यागी बैरागी कुछ लिया ही नहीं किस तो। नानकसर दे विच तुरबा बन्निया उन्हां तो बाद कुछ पाठ रखे गए। एक पुणे वाला सचखंड है, इहदे विच संपट पाठ चालू होया। मैनूं फिर भी नाम लेना पैंदा बाबा ईश्वर सिंह दे टाइम। एक इत्थे सुखमनी सी तलाअ दे किनारे। ये सुखमनी इत्थों चक के कीती 12 दरी च शुरू ते एक संपट पाठ इत्थे प्रारंभ कराया जो लगातार ही चलते हैं। ये पाठ हुण भी चलते हैं। वो काहदे लई सी? तेरे भाणे सरबत दा भला, दुनिया दे भले लई। पूर्णमासी नूं अरदास करदे सी दुनिया दे भले वास्ते। आ जिहड़े करोना जिहड़े बीमारी जी फैली है, ये की चीज़ है? कुछ भी नहीं है। जे लिखिया होऊगा करोना नाल मरना तो करोना नाल ही मरांगे, नहीं लिखिया तो कुछ भी नहीं हुंदा। बैठे आ मालक दे आसरे, मालक दी किरपा। अगला सवाल बई। हाँ जी, एक किहड़ा आपां पिछला सवाल सी मास वाला जी, ਉਹਦੇ ਵਿੱਚ ਇੱਕ ਛੋਟਾ ਜਿਹਾ ਤੱਥ ਮੈਂ ਹੋਰ ਪੁੱਛਣਾ ਚਾਹੁੰਦਾ ਜੋ ਅੱਜ ਕੱਲ ਪ੍ਰਚਾਰਕ ਭੁਲੇਖਿਆਂ 'ਚ ਪਾ ਰਹੇ ਆ ਵੀ ਜਿਹੜਾ ਦੁੱਧ ਆ ਜਾਣੀ ਕਿ ਉਹਨੂੰ ਵੀ ਉਹ ਕਹਿੰਦੇ ਵੀ ਅਗਰ ਤੁਸੀਂ ਦੁੱਧ ਪੀਂਦੇ ਹੋ ਤਾਂ ਮਾਸ ਖਾਣ ਵਾਲੇ ਨੂੰ ਤੁਸੀਂ ਰੋਕ ਨਹੀਂ ਸਕਦੇ ਵੀ ਤੁਸੀਂ ਮਾਸ ਕਿਉਂ ਖਾਣਾ, ਵੀ ਦੁੱਧ ਵੀ ਮਾਸ ਦੇ ਵਿੱਚ ਆਉਂਦਾ। ਜੀ ਦੇਖੋ, ਇਹ ਸਤਿਗੁਰਾਂ ਨੇ ਸ੍ਰੀ ਰਹਿਰਾਸ ਸਾਹਿਬ ਦੇ ਵਿੱਚ ਇਹ ਜ਼ਿਕਰ ਕੀਤਾ। ਅੰਡਜ, ਜੇਰਜ, ਸੇਤਜ, ਉਤਪਜ। अंडिया तो पैदा होने वाले जानवर, वो बड़े जानवर छोटे जानवरों को खा के गुजारा करते हैं। जेर तो पैदा होने वाले उन्हों का भी कर्म यही है। सेतज जूआं ये मुड़के तो पैदा होंदियां। उत्पज धरती तो पैदा होने वाले पदार्थ, कोई भी सब्जी या फल फ्रूट जो कुछ भी हैगा, ये सारा बंदे वास्ते बनाया रब ने कि मेरे पुत्र नूं वधिया वधिया ये मास शराब तो खाना ये वर्जित किया होया। क्यों नहीं खाना? कई कहते जी क्यों नहीं खाना। मैं पहले भी दस चुकिया, भांग माछली सुरापान जो जो प्राणी खाए, किहड़ी गल्लों नहीं खाना। तीर्थ वर्त नेम कीए, ਉਹਦਾ ਤੀਰਥ ਤੇ ਗਿਆ ਵੀ ਨਿਸਫਲ, ਉਹਦੇ ਵਰਤ ਰੱਖੇ ਵੀ ਨਿਸਫਲ, ਉਹਦਾ ਨਿਤਨੇਮ ਕੀਤਾ ਵੀ ਨਿਸਫਲ। ਇਸ ਵਜ੍ਹਾ ਕਰਕੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ। ਹੋਰ ਦੱਸੋ। ਹਾਂਜੀ, ਸਵਾਲ ਤਾਂ ਹੋਰ ਕਾਫੀ ਨੇ ਜੀ, ਪਰ ਵੀਡੀਓ ਜ਼ਿਆਦਾ ਲੰਮੀ ਨਾ ਜਾਵੇ, ਇਸ ਲਈ ਆਖਰਲਾ ਸਵਾਲ ਮੈਂ ਬਸ ਇਹੀ ਕਰਨਾ ਚਾਹ ਰਿਹਾ ਵੀ
ਬਾਬਾ ਨੰਦ ਸਿੰਘ ਜੀ ਮਹਾਰਾਜ ਬਾਰੇ ਸਾਨੂੰ ਕੁਝ ਸਮਝਾਓ। ਦੇਖੋ, ਜਿਹੜੇ ਬਾਬਾ ਨੰਦ ਸਿੰਘ ਜੀ ਮਹਾਰਾਜ ਸੀ ਨਾ, ਕਈ ਪ੍ਰੇਮੀਆਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਆਪਣੇ ਨਾਮ ਦੇ ਨਾਲ ਸੰਤ ਕਾਹਤੋਂ ਨਹੀਂ ਲਿਖਾਉਂਦੇ, ਜਾਂ ਬਾਬਾ ਕਾਹਤੋਂ ਨਹੀਂ ਲਿਖਾਉਂਦੇ। ਬਾਬਾ ਜੀ ਕਹਿਣ ਲੱਗੇ, ਗੁਰਮੁਖੋ ਮੈਂ ਹਰ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਸੰਤ ਬਣਨਾ ਤਾਂ ਬਹੁਤ ਮੁਸ਼ਕਿਲ ਹੈ। ਸੰਤ ਦਾ ਤਾਂ ਹੈਗਾ ਕਬੀਰ ਸੇਵਾ ਕੋ ਦੋਇ ਭਲੇ, ਇੱਕ ਸੰਤ ਇੱਕ ਰਾਮ, ਆਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸੰਤ ਦੀ ਡਿਊਟੀ ਹੈ ਨਾਮ ਜਪਣਾ ਤੇ ਜਪਾਉਣਾ। ਅਮਰਤ ਜਿਹੜਾ ਜਥੇਦਾਰ ਦਾ ਕਰਮ ਹੈ ਛਕਾਉਣਾ, ਇਹ ਜਥੇਦਾਰ ਦਾ ਕੰਮ ਹੈ, ਸੰਤ ਦਾ ਕੰਮ ਨਹੀਂ ਹੈ। ਜਥੇਦਾਰ ਛਕਾਉਂਦਾ ਅੰਮ੍ਰਿਤ। ਰੱਬ ਦਾ ਕੰਮ ਹੈ ਮੁਕਤੀ ਦੇਣੀ। ਬਾਬਾ ਜੀ ਕਹਿਣ ਲੱਗੇ ਮੈਂ ਹਰ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ। ਕਿੰਨੀ ਨਿਮਰਤਾ, ਸਭ ਕੁਝ ਹੁੰਦੇ ਹੋਏ ਵੀ ਬਾਬਾ ਜੀ ਨੇ ਕਹਿਣਾ ਮੈਂ ਇੱਕ ਨਿਮਾਣਾ ਜਿਹਾ ਸਿੱਖ ਹਾਂ ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਬਾਬਾ ਜੀ ਪਤਾ ਨਹੀਂ ਗੁਰੂ ਨਾਨਕ ਕਦੋਂ ਕਿਰਪਾ ਕਰੇ ਮੈਂ ਸਿੱਖ ਬਣ ਜਾਵਾਂ। ਇੱਕ ਵਾਰ ਦਾ ਜ਼ਿਕਰ ਹੈ, ਭਗਵਾਨ ਸ੍ਰੀ ਕ੍ਰਿਸ਼ਨ ਜੀ ਦਰਖਤ ਨੂੰ ਹੱਥ ਪਾ ਕੇ ਖੜੇ ਸੀ, ਕੁਝ ਛਕ ਰਹੇ ਸੀ ਫਲ ਫਰੂਟ। ਇਤਨੇ ਨੂੰ ਯੁਧਿਸ਼ਠਿਰ ਨੇ ਦੇਖਿਆ ਕਿ ਮਹਾਰਾਜ ਅੱਜ ਇਕੱਲੇ ਖੜੇ ਆ, ਕੋਲੇ ਕੋਈ ਹੈ ਨਹੀਂ ਗਾ। ਉਹ ਹੌਲੀ ਹੌਲੀ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਗਿਆ, ਆ ਕੇ ਪੈਰੀਂ ਹੱਥ ਲਾਏ। ਕਹਿਣਗੇ ਮਹਾਰਾਜ ਜੀ ਅੱਜ ਤੁਸੀਂ ਬੜੇ ਖੁਸ਼ ਆ, ਜੇ ਕੀ ਗੱਲ? ਕਹਿਣ ਲੱਗੇ ਹਾਂ ਯੁਧਿਸ਼ਠਿਰ ਅੱਜ ਮੈਂ ਬਹੁਤ ਖੁਸ਼ ਹਾਂ। ਕਹਿਣ ਲੱਗੇ ਜੀ ਫਿਰ ਕੋਈ ਪਾਪੀ ਆਦਮੀ ਦੇਖ ਕੇ ਲਿਆ, ਸ਼ਹਿਰ ਦੇ ਵਿੱਚੋਂ ਪਾਪੀ ਆਦਮੀ ਦੇਖ ਕੇ ਲਿਆ ਤੇ ਮੈਂ ਉਹਨੂੰ ਬਖਸ਼ ਦੂੰਗਾ। ਮੱਥਾ ਟੇਕਿਆ, ਤੁਰ ਗਿਆ। ਦੁਰਯੋਧਨ ਨੇ ਦੇਖਿਆ ਕੋਈ ਰਾਜਨੀਤੀ ਦੀ ਗੱਲ ਨਾ ਸਮਝਾ ਦੇ। ਦੁਰਯੋਧਨ ਵੀ ਆ ਗਿਆ, ਉਹ ਮੱਥਾ ਨਹੀਂ ਸੀ ਟੇਕਦਾ, ਪੈਰੀ ਹੱਥ ਨਹੀਂ ਸੀ ਲਾਉਂਦਾ। ਯੁਧਿਸ਼ਠਿਰ ਨੂੰ ਇੱਕ ਫਲ ਦੇਤਾ, ਇੱਕ ਫਲ ਦੁਰਯੋਧਨ ਨੂੰ ਦੇਤਾ। ਕਹਿੰਦਾ ਜੀ ਤੁਹਾਡਾ ਚਿਹਰਾ ਬੜਾ ਮੁਰਝਾਇਆ ਹੋਇਆ। ਦੇਖੋ ਚਿਹਰਾ ਹੋਈ ਸੀ, ਯੁਧਿਸ਼ਠਿਰ ਨੂੰ ਖੁਸ਼ ਨਜ਼ਰ ਆਏ ਤੇ ਦੁਰਯੋਧਨ ਨੂੰ ਮੁਰਝਾਇਆ ਹੋਇਆ ਚਿਹਰਾ ਨਜ਼ਰ ਆਇਆ। ਕਹਿਣ ਲੱਗੇ ਦੁਰਯੋਧਨ ਅੱਜ ਮੇਰਾ ਮਨ ਬਹੁਤ ਉਦਾਸ ਹੈ, ਕੋਈ ਸ਼ਹਿਰ ਦੇ ਵਿੱਚੋਂ 7 ਆਦਮੀ ਕੋਈ ਦੇਖ ਕੇ ਲਿਆਵੇ, ਕਿਉਂਕਿ ਮਹਾਰਾਜ ਕਹਿੰਦੇ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਹੋਏ ਆਏ। ਇਹ ਸਾਧੂ ਦੇ ਦਰਸ਼ਨ ਕਰਨ ਨਾਲ ਭਲੇ ਦਿਨ ਚੰਗੇ ਦਿਨ ਆ ਜਾਂਦੇ ਆ। ਇਸ ਵਜ੍ਹਾ ਕਰਕੇ ਤੂੰ ਜਾ। ਕਹਿਣ ਲੱਗਾ ਜੀ ਪਹਿਲਾਂ ਮੈਂ ਇਹ ਫਲ ਛਕ ਲਵਾਂ। ਯੁਧਿਸ਼ਠਿਰ ਨੇ ਉਹੀ ਫਲ ਛਕਿਆ। ਪ੍ਰਸ਼ਾਦ ਸਮਝ ਕੇ ਉਹਨੇ ਛਕਿਆ, ਉਹਨੂੰ ਮਿੱਠਾ ਲੱਗਾ, ਉਹਨੂੰ ਮਿਠਾਸ ਲੱਗੀ। ਦੁਰਯੋਧਨ ਨੇ ਫਲ ਛਕਣ ਲੱਗਾ, ਕਹਿੰਦਾ ਜੀ ਇਹ ਤਾਂ ਖੱਟਾ, ਮੈਂ ਨਹੀਂ ਖਾਣਾ, ਸੁੱਟ ਦਿੱਤਾ। ਚਲੋ ਕਦੋਂ ਮੈਂ ਕੋਈ ਸੰਤ ਦੇਖ ਕੇ ਲਿਆਉਣਾ। ਦੋਵੇਂ ਸ਼ਹਿਰ ਨੂੰ ਚਲੇ ਗਏ ਔਰ ਦੋਵੇਂ ਵਾਪਸ ਆ ਗਏ। ਯੁਧਿਸ਼ਠਿਰ ਕੋਈ ਲਿਆਇਆ, ਕਹਿਣ ਲੱਗਾ ਮਹਾਰਾਜ ਮੈਂ ਸ਼ਹਿਰ ਤੇ ਸਾਰੀ ਗੇੜਾ ਦਿੱਤਾ, ਮੈਨੂੰ ਕੋਈ ਪਾਪੀ ਆਦਮੀ ਨਜ਼ਰ ਹੀ ਨਹੀਂ ਆਇਆ। ਅੱਛਾ ਫਿਕਰ ਮਹਾਰਾਜ ਅੱਜ ਬਾਹਲੇ ਖੁਸ਼ ਆ ਤੁਸੀਂ, ਮੇਰੇ ਨਾਲੋਂ ਵੱਡਾ ਪਾਪੀ ਹੋਰ ਕਿਹੜਾ ਹੋ ਸਕਦਾ ਹੈ, ਤੁਸੀਂ ਮੈਨੂੰ ਵੀ ਬਖਸ਼ ਦਿਓ। ਮਹਾਰਾਜ ਹੱਸ ਪਏ। ਦੁਰਯੋਧਨ ਵੀ ਆ ਗਿਆ,
ਕਿਉਂ ਦੁਰਯੋਧਨ? ਉਹ ਕਹਿਣ ਲੱਗਾ ਜੀ ਜਿਹਨੂੰ ਦੇਖੀਦਾ ਚੋਰ ਠੱਗ, ਜਿਹਨੂੰ ਦੇਖੀਦਾ ਚੋਰ ਠੱਗ, ਝੂਠ ਬੋਲਣ ਵਾਲੇ, ਕੁਫਰ ਤੋਲਣ ਵਾਲੇ, ਤਾਂ ਕੋਈ ਸਾਧੂ ਨਜ਼ਰ ਨਹੀਂ ਆਇਆ। ਇਸ ਵਜ੍ਹਾ ਕਰਕੇ ਮੈਂ ਖਾਲੀ ਮੁੜਿਆ। ਭਗਵਾਨ ਜੀ ਕਹਿਣ ਲੱਗੇ ਯੁਧਿਸ਼ਟਰ, ਤੂੰ ਆਪ ਸੰਤ ਸੀ, ਇਸ ਵਜ੍ਹਾ ਕਰਕੇ ਤੈਨੂੰ ਕੋਈ ਪਾਪੀ ਆਦਮੀ ਨਜ਼ਰ ਨਹੀਂ ਆਇਆ, ਤੈਨੂੰ ਫਲ ਵੀ ਮਿੱਠਾ ਲੱਗਾ। ਇਹ ਫਲ ਮਿੱਠਾ ਲੱਗਾ। ਦੁਰਯੋਧਨ ਤੂੰ, ਤੇਰਾ ਖੁਦ ਮਨ ਪਾਪੀ ਹੈ, ਇਸ ਵਜ੍ਹਾ ਕਰਕੇ ਤੈਨੂੰ ਫਲ ਵੀ ਫਿੱਕਾ ਲੱਗਾ। ਤੇਰਾ ਮਨ, ਤੈਨੂੰ ਕੋਈ ਸ਼ਾਂਤੀ ਨਹੀਂ ਨਜ਼ਰ ਆਇਆ। ਜਿਹੋ ਜਿਹੀ ਬੰਦੇ ਦੀ ਆਪਣੀ ਬਿਰਤੀ ਹੈ, ਆਪੋ ਆਪਣੀ ਤੁਸੀਂ ਚੰਗੀ ਬਿਰਤੀ ਬਣਾ ਲਓ, ਤੁਹਾਨੂੰ ਸਾਰੇ ਬੰਦੇ ਚੰਗੇ ਹੀ ਨਜ਼ਰ ਆਉਣਗੇ। ਕੀ ਪ੍ਰਤੀਤ ਹੋਊਗਾ? ਅਵਲ ਅੱਲਾਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਰੱਬ ਦੇ ਧੀਆਂ ਤੇ ਪੁੱਤਰ, ਉਹ ਨਜ਼ਰ ਆਊਗਾ। ਦੁਰਯੋਧਨ ਨੂੰ ਬੜੀ ਝਾੜ ਪਾਈ। ਦੁਰਯੋਧਨ, ਤੇਰਾ ਆਪ ਦਾ ਮਨ ਪਾਪੀ ਹੈ, ਇਸ ਵਜ੍ਹਾ ਕਰਕੇ ਤੈਨੂੰ ਸਾਰੀ ਦੁਨੀਆ ਹੀ ਪਾਪੀ ਨਜ਼ਰ ਆਉਂਦੀ ਹੈ, ਕੋਈ ਸਾਧੂ ਨਜ਼ਰ ਨਹੀਂ ਆਉਂਦਾ। ਆਵੇ ਹੋਰ ਕੋਈ ਇੱਕ ਸਵਾਲ ਹੈਗਾ? ਨਹੀਂ ਜੀ, ਬਸ। ਹਾਂਜੀ ਹਾਂਜੀ, ਕਰੋ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ।